ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਸਾਹਿਬ ਉਹ ਗਏ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਘੱਟੋ ਘੱਟ 100 ਤੋਂ ਉੱਤੇ ਦਿਨ ਉਹ ਜੇਲ੍ਹ ਦੇ ਵਿੱਚ ਜਿਹੜੇ ਕੱਟ ਕੇ ਆਏ। ਜੇਲ੍ਹ ਕਿਹੜੀ, ਮੇਰੇ ਸੁਣਨ 'ਚ ਆਇਆ ਸੀਗਾ ਕਿ ਅਡਿਆਲਾ ਜੇਲ੍ਹ, ਅਤੇ ਮੈਨੂੰ ਲੱਗਾ ਕਿ ਵੈਸੇ ਹੀ ਇਹਨਾਂ ਨੇ ਕਹਿਤਾ ਵੀ ਅਡਿਆਲਾ ਜੇਲ੍ਹ ਵੀ ਜਿਸ ਜੇਲ੍ਹ ਦੇ ਵਿੱਚ ਪਾਕਿਸਤਾਨ ਦੇ ਪੂਰਵ ਪ੍ਰਧਾਨ ਮੰਤਰੀ ਨੂੰ ਰੱਖਿਆ ਹੋਵੇ ਵੀ ਉੱਥੇ ਇਹਨਾਂ ਨੂੰ ਰੱਖਿਆ। ਮੈਂ ਕਿਹਾ ਯਾਰ ਇਹ ਮਤਲਬ ਇਹ ਸ਼ਾਇਦ ਫੇਕ ਹੋਣੀ ਹੈ ਖਬਰ, ਪਰ ਹੁਣ ਅੱਜ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਅਲੀ ਮਿਰਜ਼ਾ ਸਾਹਿਬ ਖੁਦ ਇਹ ਦੱਸ ਰਹੇ ਹੈ ਕਿ ਜਿਸ ਸੈੱਲ ਦੇ ਵਿੱਚ ਸੀ ਉਹ ਉਸੇ ਜੇਲ੍ਹ ਦੇ ਵਿੱਚ ਉਸੇ ਬਿਲਡਿੰਗ ਦੇ ਵਿੱਚ ਜੋ ਇਮਰਾਨ ਖਾਨ ਉੱਥੇ ਹੀ ਸੀ। ਸੋ ਇਹ ਬੜਾ ਹੈਰਾਨ ਕਰ ਦੇਣ ਵਾਲੀ ਗੱਲ ਸੀ ਮੇਰੇ ਲਈ। ਐਂਡ ਤੁਹਾਨੂੰ ਪਤਾ ਕਿ ਹੁਣ ਪਿੱਛੇ ਜੇ ਦੋ ਇਮਰਾਨ ਖਾਨ ਨੂੰ ਲੈ ਕੇ ਵੱਡੀਆਂ ਖਬਰਾਂ ਆਈਆਂ ਸੀ। ਇੱਕ ਤਾਂ ਕਿ ਉਹਨਾਂ ਦੀ ਕੋਈ ਕਿਸੇ ਨੂੰ ਖਬਰ ਨਹੀਂ ਪਤਾ ਕਿ ਉਹ ਕਿੱਥੇ ਨੇ, ਅਤੇ ਸਾਰੇ ਜਣੇ ਕਹਿ ਰਹੇ ਸੀਗੇ ਕਿ ਉਹਨਾਂ ਨੂੰ ਮਾਰ ਦਿੱਤਾ ਗਿਆ ਜੇਲ੍ਹ ਦੇ ਵਿੱਚ ਹੀ, ਠੀਕ ਹੈ, ਅਤੇ ਦੱਸਿਆ ਨਹੀਂ ਜਾ ਰਿਹਾ, ਅਤੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਸੀ। ਫਿਰ ਕੁਝ AI ਨਾਲ ਬਣੀਆਂ ਹੋਈਆਂ ਫੋਟੋਜ਼ ਵਾਇਰਲ ਹੋਈਆਂ ਜੇਲ੍ਹ ਦੀਆਂ ਕਿ ਉਹ ਵਰਕਆਊਟ ਕਰ ਰਹੇ ਆ, ਪੁਸ਼ਅਪਸ ਕਰ ਰਹੇ ਆ, ਸਕੁਐਟਸ ਕਰ ਰਹੇ ਆ, ਅਤੇ ਆਪਾਂ ਉੱਤੇ ਵੀ ਵੀਡੀਓ ਬਣਾਈ ਸੀ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹ AI ਵੀਡੀਓਜ਼ ਹੈ, ਉਹ ਸੌਰੀ ਫੋਟੋਜ਼ ਹੈ, ਉਹ ਵੀ ਆਪਾਂ ਦੱਸਤਾ ਸੀ ਸਾਰਾ ਤੁਹਾਨੂੰ ਤਸਦੀਕ ਕਰਕੇ ਵੀ ਕਿਉਂ AI ਹੈ, ਕੀ ਕਮੀਆਂ ਸੀਗੀਆਂ, ਪਰ ਫਿਰ ਵੀ ਲੋਕੀ ਕਹਿੰਦੇ ਜੀ ਨਹੀਂ ਭਾਜੀ ਓਰੀਜਨਲ ਹੈ। ਮੈਂ ਕਿਹਾ ਸਦਕੇ ਤੁਹਾਡੇ ਸੱਜਣੋ। ਅਤੇ ਬਾਕੀ ਜਿਹੜੀ ਅੱਜ ਦੀ ਵੀਡੀਓ ਇਹਦੇ 'ਚ ਦੇਖਦੇ ਹਾਂ ਕਿ ਅਲੀ ਮਿਰਜ਼ਾ ਸਾਹਿਬ ਕੀ ਕਹਿ ਰਹੇ ਆ ਆਪਾਂ ਨੂੰ, ਠੀਕ ਹੈ, ਕੀ ਇਹ ਆਪਣੀ ਕੀ ਉਹਨਾਂ ਨਾਲ ਇਹਨਾਂ ਦੀ ਮੁਲਾਕਾਤ ਹੋਈ ਉਸ ਜੇਲ੍ਹ ਦੇ ਵਿੱਚ ਕਿਸੇ ਸੈੱਲ ਦੇ ਵਿੱਚ, ਜਾਂ ਇੱਕ ਦੂਜੇ ਨੂੰ ਇਹਨਾਂ ਨੇ ਦੇਖਿਆ, ਜਾਂ ਜੋ ਵੀ ਹੈ। ਮੈਨੂੰ ਨਹੀਂ ਪਤਾ ਕਿ ਇਹ ਕਦੇ ਉਹਨਾਂ ਨੂੰ ਮਿਲੇ ਹੈ, ਇਹਨਾਂ ਦੀ ਕੋਈ ਗੁਫ਼ਤਗੂ ਹੋਈ ਹੈ, ਕੋਈ ਇੰਟਰਵਿਊ ਹੋਇਆ। ਮੇਰੀ ਨਜ਼ਰ ਵਿੱਚ ਤਾਂ ਸ਼ਾਇਦ ਹੈ ਕਿ ਨਹੀਂ, ਇਹਨਾਂ ਦੀ ਮੁਲਾਕਾਤ ਉੱਦਾਂ ਪਬਲਿਕਲੀ ਨਹੀਂ ਹੋਈ। ਬਾਕੀ ਤੁਸੀਂ ਮੈਨੂੰ ਥੱਲੇ ਕਮੈਂਟ ਕਰਕੇ ਦੱਸ ਦਿਓ ਬਈ ਤੁਹਾਨੂੰ ਸਾਰਾ ਕੁਝ ਪਤਾ ਹੁੰਦਾ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਜਾਣਦੇ ਹਾਂ, ਸਮਝਦੇ ਹਾਂ, ਅਤੇ ਬਿਨਾਂ ਕਿਸੇ ਦੇਰ ਤੋਂ ਕਰਦੇ ਹਾਂ ਵੀਡੀਓ ਅੱਜ ਦੀ ਸ਼ੁਰੂ। ਆ ਜਾਓ। ये बताइए, सुना है मैंने कि आपकी चक्की और इमरान खान साहब की चक्की की दीवार एक थी। ਚੱਕੀ ਆਈ ਥਿੰਕ ਸੈੱਲ ਨੂੰ ਕਹਿੰਦੇ ਆ ਪਾਕਿਸਤਾਨ ਦੇ ਵਿੱਚ ਨਾ, ਜਿਹੜੀ ਜੇਲ੍ਹ ਦਾ ਕੋਈ ਸੈੱਲ ਹੁੰਦਾ ਨਾ ਇੱਕ, ਉਹਨੂੰ ਚੱਕੀ ਕਹਿੰਦੇ ਆ ਸ਼ਾयद। उनकी चक्की नहीं, उनकी चक्की है, उनके पास 6 चक्की है। आपके पास भी तो 3 थी। नहीं 3 नहीं, 3 में मेरे पास एक थी, बाकी 2 में थे। 3 हो चुके, उसके बाहर जो वॉकिंग एरिया है ना वो कंबाइंड था हमारा, लेकिन मेरे पास एक चक्की थी, एक प्रोफेसर साहब के पास और एक जो बिशप साहब, और उनके सामने जो ओपन एरिया है ना वो भी ऑलमोस्ट समझ लें तकरीबन 20 फीट बाई कोई 50 फीट का एरिया बनता है जो सामने वाला, लेकिन उसके ऊपर भी वो उसी तरीके से जेल वाली सलाखें होती हैं। वो आप एक पिंजरे में ही होते हैं, बाहर निकल के आपको सिर्फ ये एहसास होता है कि चले सूर्य नजर आ गया, आसमान नजर आ गया, लेकिन वो जेल का ही एहसास होता है। लेकिन ये भी बड़ी नेमत है कि आपको वहां पे वॉक करने की इजाजत है। तो ये बेसिकली 10 चक्कियां इस तरह बनी हुई हैं, और उनमें 3 है, फिर 4, और फिर उसके आखिर में भी 3, और उनके दरमियान दीवार है, यानी 3 के बाद एक दीवार, फिर 4 के बाद एक दीवार, और बिल्कुल इसके परपेंडिकुलर 6 चक्कियां थी खान साहब की। और जो बिशप साहब की जो चक्की थी ना, उसकी दीवार आखिरी दीवार थी, उसके परली तरफ उनकी चक्कियां परपेंडिकुलर शुरू हो जाती थी, और बीच में एक दीवार थी। और बाई चांस जब खान साहब नाश्ता करने के लिए आते थे, हमें नजर तो नहीं आ रहे होते थे, तो वो उनका जो मुशक्कती है ना वहीं पे वो उनके लिए नाश्ता तैयार कर रहा होता था। एग्जैक्टली 9 बजे वो आ जाते थे, और 3 बजे आके वो शाम का खाना खाते थे। ये 2 टाइमिंग हमें पता थी, इसलिए कि वो जब अपने मुशक्कती से थोड़ी बहुत कोई गुफ्तगू करते थे तो उनकी आवाज की बेस भी है, और वैसे बीच में एक दीवार है मुश्किल से 10-11 फुट की। ਅੱਛਾ, ਇਹਨਾਂ ਨੇ ਮਤਲਬ ਉਹਨਾਂ ਨੂੰ ਦੇਖਿਆ ਤਾਂ ਨਹੀਂ, ਪਰ ਉਹਨਾਂ ਦੀ ਆਵਾਜ਼ ਕਹਿੰਦੇ ਸੁਣੀ। ਆਵਾਜ਼ ਬਾਕਈ ਇਮਰਾਨ ਖਾਨ ਦੀ ਭਾਰੀ ਹੈ, ਬੇਸ ਵਾਲੀ ਹੈ, ਪਰ ਮੇਰੇ ਖਿਆਲ ਇਹਨਾਂ ਦੀ ਵੀਡੀਓ ਦੇ ਜ਼ਰੀਏ ਇਹ ਇੱਕ ਤਸਦੀਕ ਹੋ ਗਈ, ਇੱਕ ਪ੍ਰੂਫ ਮਿਲ ਗਿਆ ਸਾਰੇ ਲੋਕਾਂ ਨੂੰ ਕਿ ਇਮਰਾਨ ਖਾਨ ਸਹੀ ਸਲਾਮਤ ਹੈ, ਹੈ ਨਾ। ਨਹੀਂ ਤਾਂ ਕਿਉਂਕਿ ਅਪਡੇਟ ਤਾਂ ਕੋਈ ਆ ਹੀ ਨਹੀਂ ਰਿਹਾ ਸੀਗਾ, ਨਾ ਹੀ ਕੋਈ ਫੋਟੋ, ਨਾ ਕਿਸੇ ਨੂੰ ਮਿਲਣ ਦਿੱਤਾ ਜਾ ਰਿਹਾ ਸੀਗਾ। ਕਿਤੇ ਇਹ ਨਾ ਹੋਵੇ ਹੁਣ ਇਹਨਾਂ 'ਤੇ ਕੋਈ ਕਾਰਵਾਈ ਹੋ ਜਾਏ ਕਿ ਹਾਂ ਤੁਸੀਂ ਅੰਦਰਲੀ ਗੱਲ ਆ ਕੇ ਬਾਹਰ ਦੱਸਤੀ। और ऊपर से ओपन है तो आवाज कभी कभार कोई 2-4 जुमले कान में पड़ जाते हैं। क्या 2-4 जुमले? मेरे नबी साहब है ही कोई नहीं, तेरे बाबे थे, शायद कोई नहीं। अच्छा, ये वो कहा करते थे। नहीं वैसे मैं वैसे पूछ रहा हूँ, कोई एक आध जुमला ऐसे। हाँ, वो क्रिकेट को डिस्कस कर रहे होते थे। अच्छा, क्रिकेट को जाहिर है उन्होंने बाकी चीजें तो नहीं डिस्कस करनी थी ना, वो तो वरना अगर वो इस किस्म की कोई पॉलिटिक्स डिस्कस करते तो जाहिर है कि वो फिर बात मुशक्कती से वो क्रिकेट के ऊपर डिस्कशन। इसका मतलब है उनके यहाँ भी टीवी शिवी जो कहा जाता है कि बंद हो गया है, तो नहीं टीवी उनके पास लगा हुआ है, और अखबारें भी 2 लगी हुई है। वो इसलिए पता है कि वो ड्यूटीज चेंज होती रहती है ना, कुछ अर्सा उनके पास जिस बंदे की ड्यूटी है वो इधर भी आ जाता है, तो कभी कभार कोई बात पता चल जाती है। बाकी ये जो पब्लिक में मशहूर है कि मुलाकात कोई किसी से कर सकता है, इस तरह कोई मुलाकात नहीं कर सकता है। चाहे आपकी एक दीवार हो, उस दीवार आप समझ लें वो दीवार ऐसी दीवार है कि वो पुलिस रात है उसको क्रॉस करना, तो आप दूसरी तरफ नहीं जा सकते इस तरीके से। 6 चक्कियां उनको मिली हुई हैं, जिस तरह हमारे 3 इकट्ठी थी, उनको 6 की 6 मिली हुई है। उनमें एक आध में शायद उनका मुशक्कती, बाकी में सामान, और बाकी सामने उनको ओपन एरिया भी मिला हुआ है, लेकिन सारा जेल ही है। तो वो नाश्ता करने उस चक्की में आते थे? जो चक्की नहीं, वो ओपन एरिया था। अच्छा, इधर हमारा ओपन एरिया, उधर उनका ओपन एरिया, वो आपस में 90 डिग्री है, और उसमें भी दीवार है। हाँ, दीवार है, सारी दीवार है। अगर गूगल मैप हो तो मैं आपको एक्जैक्टली बाद में दिखा भी दूंगा। अच्छा, तो अच्छा, लेकिन सबको नहीं दिखाऊंगा क्योंकि सिक्योरिटी रीजन हो जाएगा। हाँ, अच्छा, तो कभी नहीं मैप तो मेरे ख्याल अवेलेबल भी नहीं होएगा,
ਕਿਉਂਕਿ ਜੀ ਜਿਹੜੇ ਪੁਲਿਸ ਇਦਾਂ ਦੀਆਂ ਜੇਲ੍ਹਾਂ ਹੁੰਦੀਆਂ ਨਾ ਤਾਂ ਗੂਗਲ ਮੈਪ ਦੇ ਵਿੱਚ ਵੀ ਉਹ ਏਰੀਆ ਬਲਰ ਹੁੰਦਾ ਜਾਂ ਵਿਜ਼ੀਬਲ ਨਹੀਂ ਹੁੰਦਾ। कबार यानी वो नाश्ते की और वो नाश्ते में एग्जैक्टली 9 बजे आ जाते थे। खुशबुएं तो आती होंगी जी आपको? बिल्कुल खुशबू, और ये जो देसी घी और ये बातें हो रही हैं, बिल्कुल ये तड़के लगते थे और हमें खुशबू आती थी। हम तो जेल के खाना खाते थे वो, और ये कोई उनके ऊपर एहसान नहीं हुआ था। बी क्लास मुझे भी अवेलेबल हो सकती थी, ज़ाहिर है मैंने 19 ग्रेड से रिटायरमेंट ली हुई है, मुझे भी एक शक्ति मिल सकता था, लेकिन सिक्योरिटी रीजन की वजह से हम उस तरफ जाना नहीं चाहते थे। अगर मुझे मिले तो एक एक्स प्राइम मिनिस्टर को तो इससे ज्यादा फैसिलिटीज मिलनी चाहिए, और वो मिली हुई थी उनको। उनके पास यानी वो चिकन वगैरह उनको कच्चा दे देते थे, वो उनका मुशक्ति उनको बना देता था इस तरीके से। दोपहर का खाना वो 3 बजे खाने आते थे, तो वो हमें पता है, और ये एग्जैक्टली उनके थे। लेकिन ਜੀ ਦੇਖੋ ਯਾਰ ਇੱਕ ਦੇਸ਼ ਦਾ ਐਕਸ ਪੀਐਮ ਹੈ ਤਾਂ ਉਹਦੇ ਲਈ ਬਿਲਕੁਲ ਹੋਏਗਾ, ਪਰ ਜੇਲ੍ਹ ਤਾਂ ਜੇਲ੍ਹ ਹੈ, ਜੋ ਚਾਹੇ ਜਿੰਨੇ ਮਰਜ਼ੀ ਐਸ਼ੋ ਆਰਾਮ ਹੋਣੇ ਯਾਰ, ਤੁਸੀਂ ਵਿਦਾਊਟ ਮੋਬਾਈਲਸ, ਵਿਦਾਊਟ ਇੰਟਰਨੈਟ, ਵਿਦਾਊਟ ਕਿਸੇ ਨਾਲ ਗੱਲ ਕੀਤਿਆਂ ਸਾਰਾ ਦਿਨ ਉੱਥੇ ਰਹਿਣਾ ਡਿਫਿਕਲਟ ਹੈ ਯਾਰ। 4 नवंबर के बाद फिर हमने उनकी आवाज नहीं सुनी। 4 नवंबर को। चार- वही वाली बात जो पब्लिक में मशहूर थी कि 4 के बाद शायद उनको अंदर कर दिया। तो चूंकि मैं टीवी भी देख रहा था तो मुझे भी खदशा पड़ा कि कोई ऐसी हरकत हुई है, लेकिन फिर वो वहां पे एक बंदा को ड्यूटी पे था, मैंने उससे फिर रिक्वेस्ट की कि यार मुझे ये जरा कंफर्म करके बताओ, तो उसने कहा नहीं वो अब दूसरी तरफ बैठते हैं क्योंकि धूप उस तरफ होती है, इसलिए वो उधर जाके बैठते हैं, अच्छा अब इस तरफ नहीं अच्छा। बैठते। तो वो फिर कंफर्म अच्छा, हो गया, fake बाद में खबर confirm हो से गया। वो है। ये जो मशहूर किया हुआ ना कि उनको जनाब बाहर नहीं निकलने देते, फजर के बाद ये एसओपी है, हर बंदे की चक्की खुलनी ही खुलनी है, इसको कोई बंद कर ही नहीं सकता। जो जेल मैनुअल है ना उसके तहत भी वो खुलनी है, यानी चाहे उसने बाहर निकल के मुशक्कती से पॉलिटिकल गुफ्तगू भी करनी है तब भी वो चक्की जरूर खुलनी है, उसका राइट है। ये हाँ, मसला उनको ये होता है कि बाहर गुफ्तगू ना जाए, तो यानी ये कोई सियासत का हेडक्वार्टर ना बने, ये मैं उनकी बात करूं। तो ये धूप की वजह से गए थे कि आपकी वजह से दूसरी तरफ? नहीं, मैंने तो कोई बात ऊंची आवाज से करनी नहीं होती थी, नहीं, मैंने नारा मारा हो शायद। उन्होंने वो तो मैंने एक अच्छा। हाँ। तो कोई यानी कभी कोई खास जुमले नहीं, कोई खास, बस यही मैं हाँ, अगर मैं वहां से आवाज उनको लगाता ना हाँ। तो वो सुन सकते थे, लेकिन ज़ाहिर है ये अनएथिकल होता, तो मैंने जेल का कोई प्रिंसिपल तोड़ना तो नहीं था। हाँ, एक दफा ये हुआ कि मेरे आने से पहले वो जो बिशप साहब थे उनको काफी ज्यादा खांसी लगी हुई थी रात को, तो वो रात को फिर खान साहब को आवाज आती थी, तो वो उन्होंने बिशप साहब ने खुद बताया कि जी आपके आने से कुछ अर्सा पहले मेरी चक्की उन्होंने यहाँ से शिफ्ट कर दी थी, खांसी की वजह से खान साहब को रात को नींद नहीं पड़ती थी, तो अब मेरी खांसी बेहतर है, तो आप आए हैं, तो वो चक्की खाली करवा के उनको दोबारा वहां पे शिफ्ट कर दिया। फिर हम 3 लोग थे, बाकी जो हमारे साथ जितनी चक्कियां थी 8-8, 9-9 लोग थे। आप जरा इमेजिन करें कि वो क्या मछली बाजार बना होता है। और कभी कोई खास गुफ्तगू आपने उनकी नहीं सुनी? कोई खास नहीं हाँ भाई, कभी कोई ऊंची कोई बात कर क्रिकेट के बारे में कोई इस तरह की गुफ्तगू आ गई कोई तो- और बात जो याद आ रही हो या कुछ? नहीं, कोई ऐसी बात नहीं है कि मैं जो मुझे सुनाई दी गई हो। अब मैं खुद से अगर कोई स्टोरी बनाना चाहूँ तो वो बना सकता हूँ, लेकिन अल्लाह से खौफ आता है, बस मैंने इतनी बात की। ਓਕੇ ਜੀ, ਇਹ ਸੀਗੀ ਇੱਕ ਛੋਟੀ ਜਿਹੀ ਵੀਡੀਓ ਜਿਹਦੇ ਵਿੱਚ ਇਹਨਾਂ ਦੀ ਗੁਫ਼ਤਗੂ ਦੇ ਜ਼ਰੀਏ ਪਤਾ ਲੱਗਾ ਕਿ ਇਮਰਾਨ ਖਾਨ ਨਾਲ ਇਹਨਾਂ ਦਾ ਕਿੱਦਾਂ ਦਾ ਜੋ ਇੱਕ ਐਕਸਪੀਰੀਅੰਸ ਰਿਹਾ। ਹਾਲਾਂਕਿ ਉਹਨਾਂ ਨੂੰ ਮਿਲੇ ਨਹੀਂ, ਦੇਖਿਆ ਨਹੀਂ, ਬਟ ਉਹਨਾਂ ਦੀ ਆਵਾਜ਼ ਆਉਂਦੀ ਸੀ। ਐਂਡ ਦੇਖੋ ਇੱਕ ਪੀਐਮ ਹੈ ਯਾਰ, ਪੀਐਮ ਦੀ ਕੇਅਰ ਵੀ ਕੀਤੀ ਗਈ ਕਿ ਹਾਂ ਵੀ ਜੇ ਉਹਨਾਂ ਨੂੰ ਕੋਈ ਨਾਲ ਦੀ ਚੱਕੀ ਦੇ ਵਿੱਚ ਕੋਈ ਹੈਗਾ, ਉਹਨੂੰ ਖਾਂਸੀ ਆ ਰਹੀ ਹੈ ਤਾਂ ਉਹਨਾਂ ਨੂੰ ਬਾਕੀ, ਕਿਉਂਕਿ ਕੋਈ ਵੀ ਆਪਣੇ ਕੋਲ ਬੰਦਾ ਹੋਵੇ ਤਾਂ ਇੱਕ ਦੂਜੇ ਬੰਦੇ ਨੂੰ ਨੀਂਦ ਨਹੀਂ ਆਉਂਦੀ, ਤਾਂ ਇਹ ਤਾਂ ਨੈਚੁਰਲ ਗੱਲ ਹੈ, ਪਰ ਫਿਰ ਵੀ ਕਿ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ ਜੇਲ੍ਹ ਦੇ ਵਿੱਚ। ਇਹ ਚਲੋ ਸ਼ਾਇਦ ਇਹ ਇੰਟਰਵਿਊ ਦੇਖ ਕੇ ਤਾਂ ਜਿਹੜੇ ਇਮਰਾਨ ਖਾਨ ਦੇ ਜੋ ਘਰ ਦੇ ਹੈ, ਜੋ ਉਹਨਾਂ ਦੀ ਫੈਮਿਲੀ ਹੈ, ਸ਼ਾਇਦ ਉਹਨਾਂ ਨੂੰ ਸਕੂਨ ਮਿਲ ਜਾਏ ਕਿ ਹਾਂ ਬਈ ਚਲੋ ਥੋੜ੍ਹਾ ਬਹੁਤ ਉਹਨਾਂ ਦਾ ਧਿਆਨ ਤਾਂ ਰੱਖਿਆ ਜਾ ਰਿਹਾ ਕਿ ਦੇਖੋ ਉਹ ਵੀ ਏਜਡ ਵੀ ਹੋ ਚੁੱਕੇ ਆ ਨਾ, ਅਤੇ ਇੱਕ ਉਹਨਾਂ ਦਾ ਰੁਤਬਾ, ਐਕਸਪੀਰੀਅੰਸ ਹੈ, ਇੱਕ ਪੂਰਵ ਕ੍ਰਿਕਟਰ ਵੀ ਹੈ, ਤਾਂ ਯਾਰ ਹੀ ਇਜ਼ ਦਾ ਮੈਨ, ਹੈ ਨਾ। ਇਹ ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਜਿਹੜੇ ਕੇਸ ਪਏ ਆ ਉਹ ਝੂਠੇ ਆ ਜਾਂ ਸੱਚੇ ਆ, ਇਹ ਤੁਸੀਂ ਡਿਸਾਈਡ ਕਰੋ, ਠੀਕ ਹੈ। ਪਰ ਫਿਰ ਵੀ ਚਾਹੇ ਝੂਠੇ ਆ ਚਾਹੇ ਸੱਚੇ ਆ, ਪਰ ਉਹਨਾਂ ਨੂੰ ਜਿਹੜਾ ਪ੍ਰੋਟੋਕੋਲ ਮਿਲ ਰਿਹਾ ਉਹ ਉਹਦੇ ਹੱਕਦਾਰ ਹੈ ਨਾ। ਤਾਂ ਮੇਰੇ ਖਿਆਲ ਦੁਨੀਆ ਦੇ ਵਿੱਚ ਇਹ ਤਾਂ ਕਾਨੂੰਨ ਹੈ ਹੀ ਹੈ ਕਿ ਜੇਕਰ ਕੋਈ ਇੱਦਾਂ ਦੀ ਚੀਜ਼ ਹੁੰਦੀ ਵੀ ਹੈ, ਕੋਈ ਬੰਦੇ ਤੋਂ ਗਲਤੀ ਹੁੰਦੀ ਵੀ ਹੈ ਅਤੇ ਉਹ ਜੇਲ੍ਹ ਦੇ ਵਿੱਚ ਹੈ, ਤਾਂ ਉਹਨੂੰ ਫੈਸਿਲਿਟੀਜ਼ ਮਿਲਣਗੀਆਂ ਉਹਦੇ ਰੁਤਬੇ ਦੇ ਅਕੋਰਡਿੰਗ, ਉਹਦੇ ਡੈਸੀਗਨੇਸ਼ਨ ਦੇ ਅਕੋਰਡਿੰਗ, ਠੀਕ ਹੈ। ਤਾਂ ਆਈ ਥਿੰਕ ਇਹ ਇੱਕ ਠੀਕ ਗੱਲ ਸੀਗੀ, ਹੈ ਨਾ। ਇੱਕ ਆਪਾਂ ਨੂੰ ਇੱਕ ਸਬੂਤ ਮਿਲ ਗਿਆ ਇਸ ਚੀਜ਼ ਦਾ ਕਿ ਹਾਂ ਇੱਦਾਂ ਪੋਸੀਬਲ ਹੈ। ਬਾਕੀ ਜਿਹੜੀ ਮਿਰਜ਼ਾ ਸਾਹਿਬ ਕਹਿ ਰਹੇ ਆ ਨਾ ਕਿ ਗੂਗਲ ਮੈਪ ਦੇ ਜ਼ਰੀਏ, ਤਾਂ ਮੈਨੂੰ ਲੱਗਦਾ ਸ਼ਾਇਦ, ਕਿਉਂਕਿ ਜਿੰਨਾ ਕੁ ਮੈਨੂੰ ਪਤਾ, ਮੈਂ ਟਰਾਈ ਕੀਤੀਆਂ ਹੋਈਆਂ ਕਿਉਂਕਿ ਇਹੋ ਜਿਹੀ ਚੀਜ਼ਾਂ ਖੁਦ, ਪਰ ਗੂਗਲ ਮੈਪ 'ਤੇ ਤੁਹਾਨੂੰ ਉਹ ਅਵੇਲੇਬਲ ਨਹੀਂ ਹੋਏਗਾ ਉਸ ਚੀਜ਼ ਦਾ ਜੋ ਮੈਪ ਹੈ ਨਾ, ਜਾਂ ਹਾਂ ਹੋ ਸਕਦਾ ਥੋੜ੍ਹਾ ਬਹੁਤ ਪਤਾ ਲੱਗ ਜੇ, ਇੱਕ ਬੇਸਿਕ ਜੋ ਲਾਈਨਸ ਦੇ ਅਕੋਰਡਿੰਗ ਮਿਲ ਜੇ, ਪਰ ਮੈਨੂੰ ਲੱਗਦਾ ਕਿ ਜਿਹੜੀਆਂ ਸਿਕਿਉਰਿਟੀ ਨਾਲ ਰਿਲੇਟਡ ਚੀਜ਼ਾਂ ਹੁੰਦੀਆਂ ਨਾ, ਕੋਈ ਵੱਡੇ ਬੈਂਕਸ ਹੋ ਗਏ, ਇਹਨਾਂ ਦੇ ਤੁਹਾਨੂੰ ਗੂਗਲ ਮੈਪ 'ਤੇ ਨਾ ਤੁਹਾਨੂੰ ਅਵੇਲੇਬਲ ਨਹੀਂ ਹੋਣਗੇ, ਬਲਰ ਹੁੰਦੇ ਆ ਜਾਂ ਫਿਰ ਵਿਜ਼ੀਬਲ ਹੀ ਨਹੀਂ ਹੋਣਗੇ, ਕਿਉਂਕਿ ਸਿਕਿਉਰਿਟੀ ਕੰਸਰਨਸ ਆ ਜਾਂਦੇ ਆ ਨਾ, ਤੁਹਾਨੂੰ ਪਤਾ ਹੀ ਹੈ। ਨਹੀਂ ਤਾਂ ਫਿਰ ਕੋਈ ਵੀ ਬੰਦਾ ਇਹ ਚੀਜ਼ਾਂ ਦੇਖ ਕੇ ਇੱਕ ਮਾਸਟਰ ਪਲਾਨ ਬਣਾ ਸਕਦਾ, ਕਿਉਂਕਿ ਉਹਦੇ ਕੋਲ ਤਾਂ ਇੱਕ ਰੂਟ ਪਲਾਨ ਆ ਗਿਆ ਨਾ, ਇੱਕ ਰੂਟ ਮੈਪ ਆ ਗਿਆ ਉਸ ਜਗ੍ਹਾ ਦਾ,
ਤਾਂ ਫਿਰ ਕੋਈ ਵੀ ਬੰਦਾ ਪਲਾਨ ਬਣਾ ਸਕਦਾ ਹੈ। ਹਾਲਾਂਕਿ ਇਹਨਾਂ ਦੇ ਖੁਦ ਜਿਹੜੇ ਮੈਪਸ ਹੁੰਦੇ ਆ ਬੜੇ ਤਕੜੇ ਹੁੰਦੇ ਆ, ਤਾਂ ਪਰ ਸਮਝ ਸਕਦੇ ਹੋ ਤੁਸੀਂ। ਬਾਕੀ ਜਿਹੜੀ ਇਹਨਾਂ ਨੇ ਜੇਲ੍ਹ ਦੇ ਵਿੱਚ ਗੱਲ ਕਹੀ ਨਾ ਕਿ ਅਸੀਂ ਉੱਚੀ ਨਹੀਂ ਬੋਲ ਸਕਦੇ ਸੀ, ਅਨਐਥੀਕਲ ਲੱਗਦਾ, ਵਾਕਈ ਇਹ ਟਰੂ ਆ। ਬਟ ਕਈ ਜਿਹੜੀਆਂ ਵੱਡੀਆਂ ਜੇਲ੍ਹਾਂ ਭਾਈ ਉਹਨਾਂ ਦੇ ਵਿੱਚ ਬਹੁਤ ਕੁਝ ਹੁੰਦਾ, ਬਹੁਤ ਕੁਝ ਹੁੰਦਾ। ਔਰ ਡਰੱਗ ਸਪਲਾਈਜ਼ ਵੀ ਹੁੰਦੇ ਆ, ਨਸ਼ੇ ਦੀ ਤਸਕਰੀ ਵੀ ਚੱਲਣ ਡਈ ਹੈ, ਫੋਨ ਵੀ ਉਹਨਾਂ ਕੋਲ ਵਿੱਚ ਹੁੰਦੇ ਆ, ਫੋਨਾਂ ਦੇ ਬਾਹਰ ਵੀ ਗੱਲਾਂ ਬਾਤਾਂ ਹੋ ਰਹੀਆਂ ਹੁੰਦੀਆਂ। ਹਾਲਾਂਕਿ ਇਹ ਸਾਰਾ ਕੁਝ ਪੁਲਿਸ ਤੋਂ ਲੁੱਕ ਕੇ ਕੀਤਾ ਜਾਂਦਾ, ਪਰ ਕੁਝ ਜਿਹੜੇ ਪੁਲਿਸ ਵਾਲੇ ਹੁੰਦੇ ਉਹ ਨਾਲ ਮਿਲ ਜਾਂਦੇ ਆ, ਤੇ ਫਿਰ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਉਹੀ ਕਰਪਸ਼ਨ ਵਾਲਾ ਸਿਸਟਮ। ਤੇ ਫਿਰ ਇਹ ਵੀ ਨੇ ਕਿ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਵੱਡੀਆਂ ਜੇਲ੍ਹਾਂ ਨਾ, ਉਹਦੇ ਵਿੱਚ ਜੇ ਦੋ ਗੈਂਗਸਟਰ ਬੰਦ ਆ ਤਾਂ ਉਹਨਾਂ ਦੀ ਆਪਸ ਵਿੱਚ ਲੜਾਈਆਂ ਵੀ ਬਹੁਤ ਹੁੰਦੀਆਂ, ਬੜਾ ਕੁਝ ਇਦਾਂ ਦਾ ਹੁੰਦਾ। ਇੱਕ ਲੌਕਡ ਇੱਕ ਸੀਰੀਜ਼ ਹੈ, ਉਹਦੇ ਵਿੱਚ ਬੜਾ ਵਧੀਆ ਦਿਖਾਇਆ ਗਿਆ। ਸਪੇਨ ਦੀ ਹੈ ਉਹ, ਸ਼ਾਇਦ ਸਪੈਨਿਸ਼ ਹੈ ਉਹ ਜੋ ਸੀਰੀਜ਼ ਹੈ, ਸਪੈਨਿਸ਼ ਦੇ ਵਿੱਚ ਹੀ ਹੈ, ਨੈਟਫਲਿਕਸ ਤੇ ਅਵੇਲੇਬਲ ਹੈ। ਲੌਕਡ ਅਪ ਹੈ ਆ, ਤੇ ਉਹਦੇ ਚ ਦਿਖਾਇਆ ਗਿਆ ਕਿ ਕੀ ਮਾਹੌਲ ਹੁੰਦਾ ਇੱਕ ਜੇਲ੍ਹ ਦਾ, ਮਤਲਬ ਬਹੁਤ ਖਤਰਨਾਕ ਬਾਈ। ਇਸੇ ਲਈ ਕਹੀਦਾ ਚੰਗੇ ਕੰਮ ਕਰੋ, ਜੇ ਇੱਕ ਵਾਰੀ ਉੱਥੇ ਪਹੁੰਚ ਗਏ ਨਾ ਬੁਰਾ ਹਾਲ ਹੋ ਜਾਊਗਾ। ਪੁਲਿਸ ਨੇ ਤਾਂ ਤੁਹਾਡੇ ਤੇ ਤਸ਼ੱਦਦ ਕਰਨੇ ਹੀ ਹੁੰਦੇ ਆ, ਪਰ ਜਿਹੜੇ ਨਾਲ ਦੇ ਗੈਂਗਸਟਰ ਬੰਦ ਹੁੰਦੇ ਆ ਨਾ, ਉਹ ਵੀ ਆਪਦਾ ਬਈ ਚੌਧਰਪੁਣਾ ਉੱਥੇ ਪੂਰਾ ਠੋਕ ਕੇ ਰੱਖਦੇ ਆ, ਠੀਕ ਹੈ। ਇੱਕ ਮੈਂ ਵੀਡੀਓ ਬਣਾਈ ਸੀ ਆਪਣੇ ਸਨਮਿਤ ਸਿੰਘ ਚੈਨਲ ਤੇ, ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਦੇ ਬਾਰੇ, ਜਿਹਦਾ ਨਾਮ ਹੈ ਸਿਕੌਟ। ਸੋ ਇਹ ਦੁਨੀਆ ਦੀ ਖਤਰਨਾਕ ਜੇਲ੍ਹ ਹੈ, ਸਭ ਤੋਂ ਖਤਰਨਾਕ, ਸਭ ਤੋਂ ਸਿਕਿਉਰ ਪ੍ਰਿਜ਼ਨ। ਇੱਥੇ ਦੁਨੀਆ ਦੇ ਵੱਡੇ ਗੈਂਗਸਟਰ ਜਿਹੜੇ ਆ ਉਹ ਬੰਦ, ਠੀਕ ਹੈ ਜੀ। ਸੋ ਇਹ ਤੁਸੀਂ ਵੀਡੀਓ ਪੂਰੀ ਦੇਖ ਸਕਦੇ ਆ, ਇੱਥੇ ਕਲਿੱਕ ਕਰਕੇ ਆਈ ਬਟਨ ਤੇ ਬਾਕੀ ਤੁਹਾਨੂੰ ਇਨਫੋਰਮੇਸ਼ਨ ਸਾਰੀ ਹੈ ਮਿਲ ਜੂਗੀ। ਸੋ ਇਹ ਵੀਡੀਓ ਕਿੱਦਾਂ ਲੱਗੀ, ਡੂ ਲੈਟ ਮੀ ਇਨ ਦਾ ਕਮੈਂਟ ਸੈਕਸ਼ਨ ਬਿਲੋ। ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ, ਟਿਲ ਦੈਨ ਮੇਕ ਸ਼ੋਰ ਹਿਟ ਦੈਟ ਸਬਸਕ੍ਰਾਈਬ। Punjabi Real TV.